APJ ਅਬਦੁਲ ਕਲਾਮ ਦੇ ਨਾਲ ਵਿਦਿਆਰਥੀਆਂ ਦੇ ਸਵਾਲ ਜਵਾਬ। ਤ੍ਰਿਪੁਰਾ ਦੇ ਇੱਕ ਹਾਈ ਸਕੂਲ ਵਿੱਚ 500 ਵਿਦਿਆਰਥੀ ਅਤੇ ਅਧਿਆਪਕਾਂ ਦੇ ਇਕੱਠ ਵਿੱਚੋਂ ਇੱਕ ਵਿਦਿਆਰਥੀ ਦਾ ਸਵਾਲ, ਅਸੀਂ ਆਪਣਾ ਆਦਰਸ਼ ਕਿਸ ਨੂੰ ਅਤੇ ਕਿਵੇਂ ਬਣਾਈਏ। ਅਸੀਂ ਇਸ ਗੱਲ ਬਾਰੇ ਸੁਚੇਤ ਹੋਈਏ ਜਾਂ ਨਾ, ਪਰ ਇਹ ਸੱਚ ਹੈ ਕਿ ਬਚਪਨ ਤੋਂ ਸ਼ੁਰੂ ਕਰਕੇ ਜੀਵਨ ਦੇ ਵੱਖ-ਵੱਖ ਪੜਾਵਾਂ ਦੌਰਾਨ ਅਸੀਂ ਆਪਣੇ ਆਦਰਸ਼ ਥਾਪਦੇ ਰਹਿੰਦੇ ਹਾਂ। ਮੈਂ ਜਵਾਬ ਦਿੱਤਾ, ਜਦੋਂ ਤੁਸੀਂ ਵੱਡੇ ਹੋ ਰਹੇ ਹੋਵੋ, ਕਹਿ ਸਕਦੇ ਹਾਂ ਕਿ 15 ਸਾਲ ਦੀ ਉਮਰ ਤੱਕ ਤੁਹਾਡਾ ਸਭ ਤੋਂ ਵਧੀਆ ਆਦਰਸ਼ ਤੁਹਾਡਾ ਪਿਤਾ, ਤੁਹਾਡੀ ਮਾਤਾ ਅਤੇ ਤੁਹਾਡਾ ਅਧਿਆਪਕ ਹੋ ਸਕਦਾ ਹੈ। ਮੈਂ ਸਮਝਦਾ ਹਾਂ ਕਿ ਇਹ ਉਹ ਲੋਕ ਹਨ ਜਿਹੜੇ ਇਸ ਸਮੇਂ ਦੌਰਾਨ ਬੱਚੇ ਨੂੰ ਸਭ ਤੋਂ ਵੱਧ ਵਧੀਆ ਅਗਵਾਈ ਦੇ ਸਕਦੇ ਹਨ। ਮੈਂ ਉੱਥੇ ਹਾਜ਼ਰ ਮਾਪਿਆਂ ਤੇ ਅਧਿਆਪਕਾਂ ਨੂੰ ਦੱਸਿਆ ਕਿ ਉਹਨਾਂ ਦੇ ਸਿਰ ਕਿੰਨੀ ਵੱਡੀ ਜ਼ਿੰਮੇਵਾਰੀ ਹੈ। ਮੇਰਾ ਇਹ ਨਿੱਜੀ ਵਿਸ਼ਵਾਸ ਹੈ ਕਿ ਕਿਸੇ ਬੱਚੇ ਦਾ ਕਦਰਾਂ ਕੀਮਤਾਂ ਤੇ ਆਧਾਰਿਤ ਪੂਰਨ ਵਿਕਾਸ ਇਹ ਲੋਕ ਹੀ ਕਰ ਸਕਦੇ ਹਨ। ਮੇਰੀ ਆਪਣੀ ਗੱਲ ਹੀ ਲੈ ਲਓ। ਮੈਂ ਜਦੋਂ ਅਜੇ ਵੱਡਾ ਹੋ ਰਿਹਾ ਸੀ, ਮੈਂ ਦੇਖਿਆ ਕਰਦਾ ਸੀ ਕਿ ਮੇਰੇ ਮਾਤਾ-ਪਿਤਾ ਦਿਨ ਵਿੱਚ 5 ਵਾਰ ਨਮਾਜ਼ ਪੜ੍ਹਦੇ ਹਨ। ਉਹਨਾਂ ਦੇ ਵਿੱਤੀ ਸਾਧਨ ਚਾਹੇ ਬਹੁਤ ਖੁੱਲ੍ਹੇ ਡੁੱਲੇ ਨਹੀਂ ਸਨ, ਪਰ ਇਸ ਦੇ ਬਾਵਜੂਦ ਉਹ ਆਸ-ਪਾਸ ਦੇ ਲੋੜਵੰਦਾਂ ਦੀ ਸਦਾ ਹੀ ਮਦਦ ਕਰਦੇ ਰਹਿੰਦੇ ਸਨ। ਇਹ ਮੇਰੇ ਅਧਿਆਪਕ ਸ਼ਿਵ ਸੁਬਰਾਮਨੀਅਮ ਅਈਅਰ ਸਨ, ਜਿਨ੍ਹਾਂ ਨੇ ਮੇਰੇ ਪਿਤਾ ਜੀ ਨੂੰ ਪ੍ਰੇਰਿਆ ਸੀ ਕਿ ਮੈਨੂੰ ਸਕੂਲ ਭੇਜਿਆ ਜਾਵੇ ਤੇ ਵਿੱਤੀ ਸੰਕਟ ਦੀ ਪਰਵਾਹ ਨਾ ਕੀਤੀ ਜਾਵੇ। ਇਹ ਹਰੇਕ ਮਾਪੇ ਲਈ ਬਹੁਤ ਅਹਿਮ ਹੈ ਕਿ ਉਹ ਬੱਚਿਆਂ ਨੂੰ ਚੰਗੇ ਮਨੁੱਖ ਬਣਨ, ਸੁਚੇਤ ਤੇ ਮਿਹਨਤੀ ਮਨੁੱਖ ਬਣਨ ਲਈ ਅਗਵਾਈ ਦੇਣ। ਬੱਚੇ ਲਈ ਸਿੱਖਿਆ ਅਤੇ ਗਿਆਨ ਦੀ ਖਿੜਕੀ ਅਧਿਆਪਕ ਨੂੰ ਬੱਚੇ ਵਿੱਚ ਸਿਰਜਣਾਤਮਕਤਾ ਪੈਦਾ ਕਰਨ ਲਈ ਆਦਰਸ਼ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਮੈਂ ਸਮਝਦਾ ਹਾਂ ਕਿ ਇਹ ਤਿਕੋਣ ਅਸਲ ਆਦਰਸ਼ ਹੈ। ਮੈਂ ਤਾਂ ਸਗੋਂ ਇਹ ਵੀ ਕਹਾਂਗਾ ਕਿ ਜੇ ਮਾਪੇ ਅਤੇ ਅਧਿਆਪਕ ਬੱਚਿਆਂ ਦੇ ਜੀਵਨ ਨੂੰ ਘੜਨ ਪ੍ਰਤੀ ਲੋੜੀਂਦੀ ਸਮਰਪਣ ਭਾਵਨਾ ਦਿਖਾਉਣ ਤਾਂ ਇਸ ਦੇਸ਼ ਨੂੰ ਇੱਕ ਨਵਾਂ ਜੀਵਨ ਮਿਲ ਜਾਵੇਗਾ। ਜਿਵੇਂ ਕਿਹਾ ਜਾਂਦਾ ਹੈ, ਮਾਪਿਆਂ ਦੇ ਪਿੱਛੇ ਸਕੂਲ ਹੁੰਦਾ ਹੈ ਅਤੇ ਅਧਿਆਪਕ ਦੇ ਪਿੱਛੇ ਘਰ ਹੁੰਦਾ ਹੈ। ਵਿਦਿਆ ਨੂੰ ਅਤੇ ਅਧਿਆਪਕ ਵਿਦਿਆਰਥੀ ਦੇ ਰਿਸ਼ਤੇ ਨੂੰ ਕਾਰੋਬਾਰੀ ਅਰਥਾਂ ਵਿੱਚ ਨਹੀਂ, ਸਗੋਂ ਦੇਸ਼ ਦੇ ਨਿਰਮਾਣ ਦੇ ਅਰਥਾਂ ਵਿੱਚ ਵੇਖਿਆ ਜਾਣਾ ਚਾਹੀਦਾ ਹੈ। ਚੰਗੀ ਸਿੱਖਿਆ ਸਾਡੇ ਬੱਚਿਆਂ ਵਿੱਚ ਗੌਰਵ ਅਤੇ ਸਵੈ-ਮਾਣ ਦੀ ਭਾਵਨਾ ਪੈਦਾ ਕਰਨ ਵਿੱਚ ਮਦਦ ਕਰੇਗੀ। ਇਹ ਅਜਿਹੇ ਗੁਣ ਹਨ ਜਿਹੜੇ ਕੋਈ ਵੀ ਕਾਨੂੰਨ ਨਹੀਂ ਲਾਗੂ ਕਰਵਾ ਸਕਦਾ। ਇਹ ਗੁਣ ਤਾਂ ਸਾਨੂੰ ਆਪਣੇ ਅੰਦਰੋਂ ਹੀ ਪੈਦਾ ਕਰਨੇ ਪੈਂਦੇ ਹਨ। ਇੱਕ ਵਾਰ ਮੈਂ ਤਾਮਿਲਨਾਡੂ ਵਿੱਚ ਡੀਡੀਗੁਲ ਵਿਖੇ ਸੇਂਟ ਮੈਰੀ ਸਕੂਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਗਿਆ। ਸਕੂਲ ਦੇ ਪ੍ਰਬੰਧਕ ਸਕੂਲ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਸਨ। ਵਿਦਿਆਰਥੀਆਂ ਦਾ ਤਗੜਾ ਵੱਡਾ ਇਕੱਠ ਸੀ। ਬਹੁਤ ਸਾਰੇ ਬੱਚੇ ਮੈਨੂੰ ਮਿਲਣਾ ਚਾਹੁੰਦੇ ਸਨ, ਪਰ ਉਹਨਾਂ ਵਿੱਚੋਂ 2 ਬੱਚੇ ਆਪਣੇ ਸਵਾਲ ਦਾ ਜਵਾਬ ਲੈਣ ਲਈ ਬਹੁਤੇ ਕਾਹਲੇ ਸਨ। ਇੱਕ ਵਿਦਿਆਰਥੀ ਨੇ ਮੈਨੂੰ ਪੁੱਛਿਆ, ਮੈਂ ਤੁਹਾਡੀ ਪੁਸਤਕ ਵਿੰਗਸ ਆਫ ਫਾਇਰ ਤਾਮਿਲ ਵਿੱਚ ਪੜ੍ਹੀ ਹੈ। ਤੁਸੀਂ ਸਦਾ ਹੀ ਸੁਪਨੇ ਲੈਣ ਦਾ ਸੰਦੇਸ਼ ਦਿੰਦੇ ਹੋ, ਮੈਨੂੰ ਦੱਸੋ ਸੁਪਨੇ ਹੀ ਕਿਉਂ? ਮੈਂ ਜਵਾਬ ਵਿੱਚ ਬੱਚਿਆਂ ਨੂੰ ਕਿਹਾ ਕਿ ਉਹ ਇਹ ਗੀਤ ਗਾਉਣ, ਸੁਪਨੇ ਸੁਪਨੇ ਸੁਪਨੇ, ਚਿੰਤਨ ਦਾ ਹਿੱਸਾ ਤੇ ਚਿੰਤਨ ਚੋਂ ਨਿਕਲੇ ਅਮਲ। ਮੈਂ ਉਹਨਾਂ ਨੂੰ ਦੱਸਿਆ, ਜੇ ਸੁਪਨੇ ਨਹੀਂ ਹੋਣਗੇ ਤਾਂ ਕੋਈ ਇਨਕਲਾਬੀ ਵਿਚਾਰ ਨਹੀਂ ਹੋਣਗੇ, ਜੇ ਵਿਚਾਰ ਨਹੀਂ ਹੋਣਗੇ ਤਾਂ ਫਿਰ ਕੋਈ ਅਮਲ ਵੀ ਨਹੀਂ ਹੋਵੇਗਾ। ਇਸੇ ਕਾਰਨ ਮਾਪਿਆਂ ਅਤੇ ਅਧਿਆਪਕਾਂ ਨੂੰ ਆਪਣੇ ਬੱਚਿਆਂ ਨੂੰ ਸੁਪਨੇ ਲੈਣ ਦੀ ਖੁੱਲ੍ਹ ਦੇਣੀ ਚਾਹੀਦੀ ਹੈ। ਸਫਲਤਾ ਸਦਾ ਸੁਪਨਿਆਂ ਵਿੱਚੋਂ ਹੀ ਨਿਕਲਦੀ ਹੈ, ਭਾਵੇਂ ਕਿ ਕਈ ਵਾਰ ਅਸਫਲਤਾ ਦਾ ਵੀ ਮੂੰਹ ਦੇਖਣਾ ਪੈਂਦਾ ਹੈ, ਦੇਰ ਵੀ ਹੋ ਜਾਂਦੀ ਹੈ। ਇੱਕ ਹੋਰ ਲੜਕੇ ਨੇ ਪੁੱਛਿਆ, ਮੈਨੂੰ ਇਹ ਦੱਸੋ ਕਿ ਸੰਸਾਰ ਦਾ ਸਭ ਤੋਂ ਪਹਿਲਾ ਵਿਗਿਆਨਕ ਕੌਣ ਸੀ? ਮੇਰੇ ਮਨ ਵਿੱਚ ਆਇਆ ਕਿ ਵਿਗਿਆਨ ਦਾ ਜਨਮ ਅਤੇ ਜੀਵਨ ਸਵਾਲਾਂ ਤੇ ਹੀ ਨਿਰਭਰ ਹੈ। ਵਿਗਿਆਨ ਦੀ ਸਮੁੱਚੀ ਬੁਨਿਆਦ ਸਵਾਲ ਹੀ ਤਾਂ ਹੈ, ਤੇ ਜਿਵੇਂ ਮਾਪੇ ਅਤੇ ਅਧਿਆਪਕ ਚੰਗੀ ਤਰ੍ਹਾਂ ਜਾਣਦੇ ਹਨ, ਬੱਚੇ ਅਮੁੱਕ ਸਵਾਲਾਂ ਦਾ ਸੋਮਾ ਹਨ। ਸੋ ਮੈਂ ਜਵਾਬ ਦਿੱਤਾ, ਬੱਚਾ ਸਭ ਤੋਂ ਪਹਿਲਾ ਵਿਗਿਆਨੀ ਹੈ। ਇਹ ਸੁਣ ਕੇ ਸਭ ਨੇ ਜ਼ੋਰਦਾਰ ਤਾੜੀਆਂ ਮਾਰੀਆਂ। ਬੱਚਿਆਂ ਨੂੰ ਸੋਚਣ ਦੇ ਇਸ ਵੱਖਰੇ ਢੰਗ ਤੋਂ ਬਹੁਤ ਆਨੰਦ ਆਇਆ। ਅਧਿਆਪਕ ਤੇ ਮਾਪੇ ਵੀ ਇਹ ਜਵਾਬ ਸੁਣ ਕੇ ਮੁਸਕਰਾ ਪਏ। ਅਸਾਮ ਦੇ ਦੌਰੇ ਦੌਰਾਨ ਮੈਂ ਤੇਜਪੁਰ ਗਿਆ। ਮੈਂ ਉੱਥੇ ਤੇਜਪੁਰ ਯੂਨੀਵਰਸਿਟੀ ਦੀ ਕਨਵੋਕੇਸ਼ਨ ਵਿੱਚ ਸ਼ਾਮਲ ਹੋਣ ਅਤੇ ਆਨਰੇਰੀ ਡਾਕਟਰ ਦੀ ਡਿਗਰੀ ਪ੍ਰਾਪਤ ਕਰਨ ਗਿਆ ਸੀ।
ਕਨਵਰਸੇਸ਼ਨ ਤੋਂ ਬਾਅਦ ਮੈਂ ਸਕੂਲੀ ਬੱਚਿਆਂ ਨੂੰ ਮਿਲਣ ਤੁਰ ਪਿਆ। ਬੱਚਿਆਂ ਦਾ ਬਹੁਤ ਵੱਡਾ ਇਕੱਠ ਸੀ। ਮੇਰੇ ਭਾਸ਼ਣ ਦਾ ਵਿਸ਼ਾ ਦ੍ਰਿੜ ਜਜ਼ਬਾ ਸੀ। ਜਦੋਂ ਮੈਂ ਭਾਸ਼ਣ ਖਤਮ ਕੀਤਾ ਤਾਂ ਬੱਚਿਆਂ ਨੇ ਆਟੋਗ੍ਰਾਫ ਲੈਣ ਲਈ ਮੇਰੇ ਦੁਆਲੇ ਘੇਰਾ ਪਾ ਲਿਆ। ਜਦੋਂ ਮੈਂ ਇਧਰੋਂ ਵਿਹਲਾ ਹੋਇਆ ਤਾਂ ਮੈਨੂੰ ਦੋ ਦਿਲਚਸਪ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਇੱਕ ਸਵਾਲ ਸੀ ਬ੍ਰਹਮਪੁੱਤਰ ਦਰਿਆ, ਜਿਸ ਵਿੱਚ ਬਹੁਤਾ ਸਮਾਂ ਹੜ੍ਹ ਆਏ ਰਹਿੰਦੇ ਹਨ, ਦਾ ਪਾਣੀ ਰਾਜਸਥਾਨ ਜਾਂ ਤਾਮਿਲਨਾਡੂ ਵੱਲ ਕਿਉਂ ਨਹੀਂ ਮੋੜਿਆ ਜਾ ਸਕਦਾ, ਜਿੱਥੇ ਪਾਣੀ ਦੀ ਸਦਾ ਕਿੱਲਤ ਰਹਿੰਦੀ ਹੈ। ਕੇਵਲ ਬੱਚਿਆਂ ਨੂੰ ਹੀ ਇਸ ਤਰ੍ਹਾਂ ਦੇ ਨਵੀਂ ਕਿਸਮ ਦੇ ਵਿਚਾਰ ਸੁੱਝ ਸਕਦੇ ਹਨ। ਵੱਡੇ ਹੋ ਕੇ ਲੋਕ ਸੰਭਾਵਨਾਵਾਂ ਦੀ ਥਾਂ ਅਸੰਭਾਵਨਾਵਾਂ ਵੱਲ ਵਧੇਰੇ ਧਿਆਨ ਦਿੰਦੇ ਹਨ। ਇਹ ਸਵਾਲ ਇੰਨਾ ਸ਼ਕਤੀਸ਼ਾਲੀ ਸੀ ਕਿ ਮੈਂ ਪੂਰੀ ਤਰ੍ਹਾਂ ਅਵਾਕ ਰਹਿ ਗਿਆ। ਮੈਨੂੰ ਯਕੀਨ ਸੀ ਕਿ ਇਸ ਸਵਾਲ ਦਾ ਜਵਾਬ ਤਾਂ ਸ਼ਾਇਦ ਪ੍ਰਧਾਨ ਮੰਤਰੀ ਵੀ ਨਾ ਦੇ ਸਕਣ। ਇਸ ਮੁੰਡੇ ਨੂੰ ਕਿਵੇਂ ਦੱਸਿਆ ਜਾਵੇ ਕਿ ਦਰਿਆ ਰਾਜਾਂ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ ਅਤੇ ਸਾਡੇ ਰਾਜ ਆਪਣੇ ਪਾਣੀਆਂ ਦੇ ਅਧਿਕਾਰਾਂ ਲਈ ਲੜ ਰਹੇ ਹਨ। ਇਹ ਪਾਣੀ ਕਿਸੇ ਦਿਨ ਚਾਹੇ ਉਹਨਾਂ ਦੀ ਖੁਸ਼ਹਾਲੀ ਲੈ ਕੇ ਆਉਣ, ਪਰ ਇਸ ਵੇਲੇ ਤਾਂ ਉਹ ਅਜਾਈਂ ਹੀ ਸਮੁੰਦਰ ਵਿੱਚ ਪੈ ਰਹੇ ਹਨ ਅਤੇ ਹਰ ਸਾਲ ਹੜ੍ਹ ਦਾ ਕਾਰਨ ਬਣ ਰਹੇ ਹਨ। ਇਸ ਗੱਲ ਦਾ ਜਵਾਬ ਕਿਵੇਂ ਦਿੱਤਾ ਜਾਵੇ? ਮੈਂ ਕਿਹਾ, ਇੰਡੀਆ ਵਿਜ਼ਨ 2020 ਭਾਰਤ ਦੀ ਨਵੀਂ ਨੁਹਾਰ ਬੱਚਿਆਂ ਤੇ ਨੌਜਵਾਨਾਂ ਤੋਂ ਮੰਗ ਕਰਦੀ ਹੈ ਕਿ ਉਹ ਰਾਜਾਂ ਵਿੱਚੋਂ ਲੰਘਣ ਵਾਲੇ ਦਰਿਆਵਾਂ ਨੂੰ ਜੋੜਨ ਦਾ ਵੱਡਾ ਕਾਰਜ ਸ਼ੁਰੂ ਕਰਨ। ਮੈਂ ਨਿੱਜੀ ਤੌਰ ਤੇ ਮਹਿਸੂਸ ਕਰਦਾ ਹਾਂ ਕਿ ਨੌਜਵਾਨ ਸਭ ਤੋਂ ਵੱਧ ਸ਼ਕਤੀਸ਼ਾਲੀ ਮਨਾਂ ਦੇ ਮਾਲਕ ਹੁੰਦੇ ਹਨ। ਉਹ ਦੇਸ਼ ਦੇ ਲੋਕਾਂ ਨੂੰ ਮਾਲਾ ਮਾਲ ਕਰਨ ਲਈ ਨੌਕਰਸ਼ਾਹੀ ਦੀ ਨਾ ਪੱਖੀ ਪਹੁੰਚ ਤੇ ਅਤੇ ਰਾਜ ਸਰਕਾਰ ਦੀਆਂ ਕੁਝ ਸਵੈ ਕੇਂਦਰਿਤ ਨੀਤੀਆਂ ਤੇ ਕਾਬੂ ਪਾ ਸਕਦੇ ਹਨ। ਉਹ ਰਾਜਾਂ ਤੇ ਕੇਂਦਰ ਦੇ ਵਿਚਕਾਰ ਤਾਲਮੇਲ ਨੂੰ ਬਿਹਤਰ ਵੀ ਬਣਾ ਸਕਦੇ ਹਨ ਤੇ ਉਹ ਨਿਸ਼ਚਿਤ ਤੌਰ ਤੇ ਅਜਿਹਾ ਕਰਨਗੇ। ਇੱਕ ਹੋਰ ਵਿਦਿਆਰਥੀ ਨੇ ਸਵਾਲ ਪੁੱਛਿਆ, ਜਿਸ ਲਈ ਮੇਰੇ ਕੋਲ ਫਿਰ ਕੋਈ ਜਵਾਬ ਨਹੀਂ ਸੀ। ਉਸ ਨੇ ਕਿਹਾ, ਕਿਸੇ ਵੀ ਖੇਤਰ ਦੇ ਵੱਡੇ ਆਗੂ ਨਾ ਸਾਡੇ ਕੋਲ ਆਉਂਦੇ ਹਨ, ਨਾ ਸਾਡੇ ਨਾਲ ਗੱਲਾਂ ਕਰਦੇ ਹਨ। ਅਸੀਂ ਆਪਣੇ ਪ੍ਰਧਾਨ ਮੰਤਰੀ ਨੂੰ ਚੇਨਈ, ਲਖਨਊ ਅਤੇ ਹੋਰ ਕਈ ਥਾਵਾਂ ਤੇ ਜਾਂਦਿਆਂ ਅਕਸਰ ਹੀ ਦੇਖਦੇ ਹਾਂ, ਪਰ ਉਹ ਇੱਥੇ ਕਦੇ ਨਹੀਂ ਆਉਂਦੇ। ਅਸੀਂ ਉਹਨਾਂ ਦੇ ਨਾਲ ਗੱਲਾਂ ਕਰਨੀਆਂ ਚਾਹੁੰਦੇ ਹਾਂ। ਦੇਸ਼ ਦੇ ਆਗੂਆਂ ਨਾਲ ਗੱਲ ਕਰਨ ਸੰਬੰਧੀ ਉਹਦੀ ਤਾਂਘ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ। ਮੈਂ ਕਿਹਾ ਕਿ ਮੈਂ ਦਿੱਲੀ ਜਾ ਕੇ ਤੇਰਾ ਇਹ ਸੁਪਨਾ ਆਗੂਆਂ ਨਾਲ ਸਾਂਝਾ ਕਰਾਂਗਾ ਅਤੇ ਇਹ ਸੁਪਨਾ ਜ਼ਰੂਰ ਸਾਕਾਰ ਹੋਏਗਾ। ਮੈਂ ਬਾਅਦ ਵਿੱਚ ਇਹ ਗੱਲ ਪ੍ਰਧਾਨ ਮੰਤਰੀ ਨੂੰ ਦੱਸੀ। ਉਹ ਮੇਰੀ ਗੱਲ ਨਾਲ ਸਹਿਮਤ ਹੋਏ ਅਤੇ ਕਿਹਾ, ਬੱਚੇ ਹੁਣ ਮੇਰੇ ਨਾਲ ਗੱਲ ਨਹੀਂ ਕਰਦੇ, ਸ਼ਾਇਦ ਸੁਰੱਖਿਆ ਘੇਰੇ ਨੇ ਦੂਰੀ ਕਾਇਮ ਕਰ ਦਿੱਤੀ ਹੈ। ਮੈਂ ਵੱਖ-ਵੱਖ ਖੇਤਰਾਂ ਦੇ ਆਪਣੇ ਆਗੂਆਂ ਨੂੰ ਬੇਨਤੀ ਕਰਦਾ ਹਾਂ, ਉਹ ਦੇਸ਼ ਦੇ ਬੱਚਿਆਂ ਨਾਲ ਵੱਧ ਤੋਂ ਵੱਧ ਗੱਲਬਾਤ ਕਰਿਆ ਕਰਨ। ਇਸ ਨਾਲ ਇੱਕ ਤਾਂ ਉਹਨਾਂ ਦੀ ਆਪਣੇ ਜੀਵਨ ਮੰਤਵ ਬਾਰੇ ਸਮਝ ਵਧੇਗੀ ਅਤੇ ਦੂਜਾ ਉਹ ਬੱਚਿਆਂ ਨੂੰ ਚੰਗੇਰਾ ਭਵਿੱਖ ਸਿਰਜਣ ਵਿੱਚ ਮਦਦ ਵੀ ਦੇਣਗੇ। ਮੈਂ ਨਵਾਂ ਰਾਜ ਝਾਰਖੰਡ ਕਾਇਮ ਹੋਣ ਤੋਂ ਬਾਅਦ ਉੱਥੇ ਕਈ ਵਾਰ ਗਿਆ ਹਾਂ। ਮੈਂ ਜਦੋਂ ਵੀ ਉੱਥੇ ਜਾਂਦਾ ਉਥੋਂ ਦੇ ਅਣਵਰਤੇ ਪਏ ਅਥਾਹ ਸਾਧਨਾਂ ਨੂੰ ਦੇਖ ਕੇ ਹੈਰਾਨ ਹੋ ਜਾਂਦਾ। ਜੇ ਇਹਨਾਂ ਸਾਧਨਾਂ ਦੀ ਸਦ ਵਰਤੋਂ ਕਰ ਲਈ ਜਾਵੇ ਤਾਂ ਰਾਜ ਦੀ ਦੌਲਤ ਕਈ ਗੁਣਾ ਵੱਧ ਜਾਵੇਗੀ। ਸ੍ਰੀ ਰਾਮ ਕ੍ਰਿਸ਼ਨ ਹਾਈ ਸਕੂਲ ਬੋਰਾਕੋ ਵਿਖੇ ਮੈਂ ਕਰੀਬ 3000 ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਚਿੱਤਰਾਂ, ਖਿਡੌਣਿਆਂ ਅਤੇ ਹੋਰ ਵਸਤਾਂ ਦੀ ਪ੍ਰਦਰਸ਼ਨੀ ਤੋਂ ਉਹਨਾਂ ਦੀ ਸਿਰਜਣਾਤਮਿਕਤਾ ਦੇ ਦੀਦਾਰ ਕੀਤੇ। ਮੈਂ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਇੱਕ ਵਿਦਿਆਰਥੀ ਨੇ ਪੁੱਛਿਆ, ਝਾਰਖੰਡ ਵਿੱਚ ਚਾਰੇ ਪਾਸੇ ਹਰਿਆਲੀ ਹੈ, ਸਾਡੇ ਇੱਥੇ ਜੰਗਲ, ਨਦੀਆਂ ਅਤੇ ਪਹਾੜੀਆਂ ਹਨ, ਪਰ ਰਾਜਸਥਾਨ ਵਿੱਚ ਰੇਗਿਸਤਾਨ ਕਿਉਂ ਹੈ? ਇਸ ਸਵਾਲ ਨੇ ਮੈਨੂੰ ਅਸਾਮ ਵਿੱਚ ਪੁੱਛਿਆ ਗਿਆ ਸਵਾਲ ਚੇਤੇ ਕਰਵਾ ਦਿੱਤਾ ਕਿ ਬ੍ਰਹਮਪੁੱਤਰ ਦਾ ਪਾਣੀ ਤਾਮਿਲਨਾਡੂ ਤੇ ਰਾਜਸਥਾਨ ਕਿਉਂ ਨਹੀਂ ਲਿਜਾਇਆ ਜਾ ਸਕਦਾ। ਮੈਂ ਇਸ ਬੱਚੇ ਨੂੰ ਵੀ ਉਹੀ ਗੱਲ ਦੱਸੀ ਜਿਹੜੀ ਮੈਂ ਅਸਾਮ ਵਾਲੇ ਵਿਦਿਆਰਥੀ ਨੂੰ ਦੱਸੀ ਸੀ। ਤੁਹਾਨੂੰ ਪਤਾ ਹੀ ਹੈ ਕਿ 20 ਸਾਲ ਪਹਿਲਾਂ ਰਾਜਸਥਾਨ ਵਿੱਚ ਬਹੁਤੀ ਖੇਤੀ ਨਹੀਂ ਸੀ ਹੁੰਦੀ, ਪਰ ਇੰਦਰਾ ਗਾਂਧੀ ਨਹਿਰ ਬਣਨ ਨਾਲ ਕਈ ਥਾਵਾਂ ਤੇ ਖੇਤੀ ਸੰਭਵ ਹੋ ਗਈ। ਰੇਗਿਸਤਾਨ ਨੂੰ ਉਪਜਾਊ ਜ਼ਮੀਨ ਵਿੱਚ ਬਦਲਣਾ ਮਨੁੱਖ ਲਈ ਸੰਭਵ ਹੈ। ਦਰਿਆਵਾਂ ਨੂੰ ਜੋੜਨਾ ਭਾਰਤ ਦਾ ਇੱਕ ਸਭ ਤੋਂ ਵੱਡਾ ਮਿਸ਼ਨ ਹੋਣਾ ਚਾਹੀਦਾ ਹੈ, ਜੋ ਕਈ ਜਲ ਤਿਹਾਈ ਰਾਜਾਂ ਤੱਕ ਪਾਣੀ ਪਹੁੰਚਾ ਸਕੇ। ਇਹਦੇ ਲਈ ਭਵਿੱਖਮੁਖੀ ਕਾਰਵਾਈ ਕਰਨ ਦੀ ਲੋੜ ਹੈ। ਜਦੋਂ ਤੂੰ ਵੱਡਾ ਹੋਵੇਂਗਾ, ਸੰਭਵ ਤੌਰ ਤੇ ਦੇਸ਼ ਦੀ ਮੁੜ ਉਸਾਰੀ ਵਿੱਚ ਸ਼ਾਮਲ ਹੋਵੇਂਗਾ ਅਤੇ ਇਹਨਾਂ ਵਿਚਾਰਾਂ ਨੂੰ ਹਕੀਕੀ ਸ਼ਕਲ ਦੇਵੇਂਗਾ। ਇੱਕ ਬੱਚਾ ਬਹੁਤ ਹੀ ਗੰਭੀਰ ਚਿਹਰਾ ਬਣਾ ਕੇ ਮੇਰੇ ਕੋਲ ਆਇਆ ਅਤੇ ਪੁੱਛਿਆ, ਸਰ, ਕੀ ਤੁਹਾਡਾ ਅਗਨੀ ਮਿਜ਼ਾਈਲ
ਮਹਾਸਾਗਰ ਨੂੰ ਪਾਰ ਕਰਕੇ ਅਮਰੀਕਾ ਤੱਕ ਜਾ ਪੁੱਜੇਗਾ? ਮੈਂ ਇਹ ਸਵਾਲ ਸੁਣ ਕੇ ਥੋੜਾ ਜਿਹਾ ਹੈਰਾਨ ਹੋਇਆ। ਮੈਂ ਕਿਹਾ, ਸਾਡੇ ਲਈ ਕੋਈ ਵੀ ਦੇਸ਼ ਦੁਸ਼ਮਣ ਨਹੀਂ ਹੈ ਕਿ ਉਹਦੇ ਤੇ ਅਗਨੀ ਸੁੱਟੀਏ। ਅਮਰੀਕਾ ਤਾਂ ਸਾਡਾ ਮਿੱਤਰ ਦੇਸ਼ ਹੈ। ਅਗਨੀ ਸਾਡੀ ਸ਼ਕਤੀ ਦਾ ਪ੍ਰਤੀਕ ਹੈ। ਇਹ ਦਰਸਾਉਂਦਾ ਹੈ ਕਿ ਭਾਰਤ ਹਰ ਸਮਰੱਥਾ ਦਾ ਮਾਲਕ ਹੈ। ਕਟਕ ਦੇ ਆਪਣੇ ਦੌਰੇ ਦੌਰਾਨ ਮੈਂ ਸਵਰਗੀ ਜਸਟਿਸ ਹਰੀਹਰ ਮਹਾਪਾਤਰ ਦੇ ਜਨਮ ਦਿਵਸ ਜਸ਼ਨਾਂ ਵਿੱਚ ਹਿੱਸਾ ਲਿਆ। ਮੈਂ ਉੱਥੇ ਜਸਟਿਸ ਰੰਗਨਾਥ ਮਿਸ਼ਰਾ ਦੇ ਸੱਦੇ ਤੇ ਗਿਆ ਸੀ। ਇਸ ਗੱਲ ਦਾ ਮੈਨੂੰ ਪਹਿਲੀ ਵਾਰ ਪਤਾ ਲੱਗਾ ਸੀ ਕਿ ਆਜ਼ਾਦੀ ਦੀ ਲਹਿਰ ਨੇ ਰਾਸ਼ਟਰ ਦੇ ਭਵਿੱਖ ਲਈ ਪਹਿਲੇ ਸੁਪਨੇ ਨੇ ਕਿਵੇਂ ਜਸਟਿਸ ਹਰੀਹਰ ਮਹਾਪਾਤਰ ਵਰਗੀ ਵੱਡੀ ਹਸਤੀ ਪੈਦਾ ਕੀਤੀ ਸੀ। ਉਹ 92 ਸਾਲ ਦੀ ਉਮਰ ਤੱਕ ਜੀਵੇ। ਉਹਨਾਂ ਦੇ ਯਤਨਾਂ ਸਦਕਾ ਕਟਕ ਆਈ ਹਸਪਤਾਲ ਕਾਇਮ ਹੋਇਆ। ਉਤਕਲ ਯੂਨੀਵਰਸਿਟੀ ਦਾ ਨਿਰਮਾਣ ਹੋਇਆ। ਸਭ ਤੋਂ ਵੱਧ ਕੇ ਗਰੀਬੀ ਦੇ ਖਾਤਮੇ ਲਈ ਉਹਨਾਂ ਨੇ ਬਹੁਪੱਖੀ ਯਤਨ ਕੀਤੇ। ਉੜੀਆ ਭਾਸ਼ਾ ਵਿੱਚ ਅਨੁਵਾਦੀ ਗਈ ਮੇਰੀ ਜੀਵਨੀ ਸਮਾਗਮ ਵਿੱਚ ਰਿਲੀਜ਼ ਕੀਤੀ ਗਈ। ਸਮਾਗਮ ਦੇ ਅੰਤ ਤੇ ਬੱਚਿਆਂ ਅਤੇ ਨੌਜਵਾਨਾਂ ਨੇ ਸਵਾਲ ਪੁੱਛਣ ਲਈ ਮੇਰੇ ਦੁਆਲੇ ਘੇਰਾ ਕੱਤ ਲਿਆ। ਸਵਾਲ ਸੀ, ਸਰ ਸਾਨੂੰ ਦੱਸੋ ਤੁਹਾਡੀਆਂ ਮਨਪਸੰਦ ਕਿਤਾਬਾਂ ਕਿਹੜੀਆਂ ਹਨ ਜਿਨ੍ਹਾਂ ਨੂੰ ਤੁਸੀਂ ਪਿਆਰ ਕੀਤਾ ਹੈ ਅਤੇ ਜਿਨ੍ਹਾਂ ਨੇ ਤੁਹਾਡੇ ਮਨ ਨੂੰ ਘੜਿਆ ਹੈ? ਮੈਂ ਕਿਹਾ, 4 ਕਿਤਾਬਾਂ ਜੀਵਨ ਭਰ ਮੇਰੇ ਨਾਲ ਰਹੀਆਂ ਹਨ। ਮੈਂ ਉਹਨਾਂ ਨੂੰ ਚਾਅ ਨਾਲ ਪੜ੍ਹਦਾ ਹਾਂ। ਪਹਿਲੀ ਕਿਤਾਬ ਮੈਨ ਦਾ ਅਨਨੋਨ ਹੈ। ਇਹ ਨੋਬਲ ਇਨਾਮ ਜੇਤੂ ਡਾਕਟਰ ਤੋਂ ਦਾਰਸ਼ਨਿਕ ਬਣੇ ਡਾਕਟਰ ਅਲੈਕਸਿਸ ਕਾਰੀਅਲ ਦੀ ਲਿਖੀ ਹੋਈ ਹੈ। ਇਸ ਪੁਸਤਕ ਨੇ ਇਹ ਗੱਲ ਉਭਾਰੀ ਹੈ ਕਿ ਕਿਸੇ ਬਿਮਾਰੀ ਦੀ ਸੂਰਤ ਵਿੱਚ ਮਨ ਤੇ ਸਰੀਰ ਦਾ ਇਕੱਠਿਆਂ ਹੀ ਇਲਾਜ ਹੋਣਾ ਚਾਹੀਦਾ, ਕਿਉਂਕਿ ਇਹ ਦੋਵੇਂ ਅੱਡ-ਅੱਡ ਨਹੀਂ ਹਨ। ਇਹ ਨਹੀਂ ਕੀਤਾ ਜਾ ਸਕਦਾ ਕਿ ਇੱਕ ਦਾ ਇਲਾਜ ਕਰ ਲਓ ਅਤੇ ਦੂਜੇ ਨੂੰ ਅੱਖੋਂ ਓਹਲੇ ਕਰ ਦਿਓ। ਜਿਹੜੇ ਬੱਚੇ ਡਾਕਟਰ ਬਣਨਾ ਚਾਹੁੰਦੇ ਹਨ ਉਹਨਾਂ ਨੂੰ ਇਹ ਪੁਸਤਕ ਵਿਸ਼ੇਸ਼ ਤੌਰ ਤੇ ਪੜ੍ਹਨੀ ਚਾਹੀਦੀ ਹੈ। ਉਹਨਾਂ ਨੂੰ ਪਤਾ ਲੱਗੇਗਾ ਕਿ ਮਨੁੱਖੀ ਸਰੀਰ ਮਸ਼ੀਨੀ ਪ੍ਰਣਾਲੀ ਨਹੀਂ ਹੈ। ਇਹ ਬਹੁਤ ਸੂਝਵਾਨ ਜੀਵੰਤ ਚੀਜ਼ ਹੈ ਜੋ ਆਦਾਨ ਪ੍ਰਦਾਨ ਦੀ ਸਭ ਤੋਂ ਵੱਧ ਗੁੰਝਲਦਾਰ ਤੇ ਸੰਵੇਦਨਸ਼ੀਲ ਪ੍ਰਣਾਲੀ ਨਾਲ ਲੈਸ ਹੈ। ਦੂਜੀ ਪੁਸਤਕ ਤਿਰੂਵਾਲੂਵਰ ਦੀ ਲਿਖੀ ਹੋਈ ਥਿਰੂਕੁਰਲ ਹੈ। ਇਹ ਜੀਵਨ ਜਾਬਤੇ ਬਾਰੇ ਸ਼ਾਨਦਾਰ ਪੁਸਤਕ ਹੈ। ਤੀਜੀ ਪੁਸਤਕ ਲਿਲੀਅਨ ਆਈਸ਼ਲਰ ਵਾਟਸਨ ਦੀ ਲਿਖੀ ਹੋਈ ਲਾਈਟ ਫਰਮ ਮੈਨੀ ਲੈਂਪਸ ਹੈ। ਇਸ ਪੁਸਤਕ ਨੇ ਮੈਨੂੰ ਬਹੁਤ ਜ਼ਿਆਦਾ ਟੁੰਬਿਆ ਹੈ। ਇਹ ਪੁਸਤਕ ਦੱਸਦੀ ਹੈ ਕਿ ਸਾਨੂੰ ਜੀਵਨ ਕਿਵੇਂ ਜਿਉਣਾ ਚਾਹੀਦਾ ਹੈ। 50 ਸਾਲਾਂ ਤੋਂ ਮੇਰੇ ਲਈ ਇਹ ਅਮੋਘੀ ਮਾਰਗਦਰਸ਼ਕ ਬਣੀ ਆ ਰਹੀ ਹੈ ਤੇ ਕੁਰਾਨੇ ਪਾਕ ਬਿਨਾਂ ਸ਼ੱਕ ਮੇਰੀ ਨਿਰੰਤਰ ਸਾਥੀ ਰਹੀ ਹੈ। ਮੈਂ ਜਦੋਂ ਗੁਜਰਾਤ ਦੇ ਸ਼ਹਿਰ ਆਨੰਦ ਵਿੱਚ ਸਕੂਲੀ ਬੱਚਿਆਂ ਨੂੰ ਸੰਬੋਧਨ ਕਰ ਰਿਹਾ ਸੀ ਤਾਂ ਇੱਕ ਚੁਸਤ ਮੁੰਡੇ ਨੇ ਬਹੁਤ ਸੂਝ ਭਰਿਆ ਸਵਾਲ ਪੁੱਛਿਆ, ਸਾਡਾ ਦੁਸ਼ਮਣ ਕੌਣ ਹੈ? ਮੈਨੂੰ ਇਹ ਸਵਾਲ ਬਹੁਤ ਚੰਗਾ ਲੱਗਾ ਅਤੇ ਮੈਂ ਇਹ ਸਵਾਲ ਵਿਦਿਆਰਥੀਆਂ ਦੇ ਅੱਗੇ ਰੱਖ ਦਿੱਤਾ ਅਤੇ ਉਹਨਾਂ ਨੂੰ ਕਿਹਾ ਕਿ ਆਪਣੇ ਵਿਚਾਰ ਦੱਸਣ। ਫਿਰ ਜਵਾਬ ਆਇਆ, ਗਰੀਬੀ ਸਾਡੀ ਦੁਸ਼ਮਣ ਹੈ। ਉਸ ਬੱਚੀ ਨੇ ਕਿੰਨਾ ਸੋਹਣਾ ਜਵਾਬ ਦਿੱਤਾ ਜਿਸ ਨੂੰ ਮੈਂ ਇਹ ਪੁਸਤਕ ਸਮਰਪਿਤ ਕੀਤੀ ਹੈ। ਪੁਸਤਕ ਉਡਾਰਮਨ APJ ਅਬਦੁਲ ਕਲਾਮ।